ਸਾਡੇ ਨਾਲ ਨੇ ਇੱਕ ਨੌਜਵਾਨ ਨੇ ਜਿਹੜੇ ਮਲੇਰਕੋਟਲਾ ਦੇ ਨੇ। ਉਹ ਉੱਥੇ MBBS ਦੀ ਪੜ੍ਹਾਈ ਕਰ ਰਹੇ ਸੀ ਤੇ ਵਾਪਸ ਆਏ ਨੇ। ਉੱਥੇ ਜਦ ਲੜਾਈ ਦੀ ਗੱਲਾਂ ਹੋ ਰਹੀਆਂ ਸੀ ਮਹੀਨਾ ਪਹਿਲਾਂ, ਤਾਂ ਸਾਨੂੰ ਸਾਰੇ ਕਿਤੇ ਓਫੀਸ਼ੀਅਲ ਨੋਟਿਸ ਜਾਂ ਫਿਰ ਕੋਈ ਸਾਨੂੰ ਜਿਹੜੇ ਵੀ ਪ੍ਰੋਪਰ ਓਫੀਸ਼ੀਅਲ ਸੀ ਜਾਂ ਸਾਡੀ ਯੂਨੀਵਰਸਿਟੀ ਦੇ ਓਫੀਸ਼ੀਅਲ ਤੇ ਸਾਨੂੰ ਇਹੀ ਕਹਿ ਰਹੇ ਥੇ ਵੀ ਇਹ ਕੁਝ ਡਰਨ ਦੀ ਲੋੜ ਨਹੀਂ ਹੈ। ਸਾਡੀ ਡੀਨ ਨੇ ਸਾਨੂੰ 2 ਦਿਨ ਬੁਲਾ ਕੇ ਕਿਹਾ, ਪਹਿਲਾਂ ਬੁਲਾ ਕੇ ਕਿਹਾ, ਕਹਿੰਦੇ ਜੰਗ ਕੋਈ ਨਹੀਂ ਹੋ ਰਹੀ, ਕਿੱਥੇ ਹੋ ਰਹੀ ਜੰਗ ਮੈਨੂੰ ਦਿਖਾਓ। ਕਹਿੰਦੇ ਜੇ ਤੁਸੀਂ ਗਏ ਤਾਂ ਤੁਸੀਂ ਆਪਣਾ ਲਾਸਟ ਸਾਲ ਪੂਰਾ ਰਿਪੀਟ ਕਰੋਗੇ, ਤੁਹਾਨੂੰ ਡਿਗਰੀ ਨਹੀਂ ਮਿਲੇਗੀ। ਉਸ ਤੋਂ ਅਗਲੇ ਦਿਨ ਸਾਡੇ ਉੱਥੇ 에ਅਰ ਸਟ੍ਰਾਈਕਸ ਵਗੈਰਾ ਸ਼ੁਰੂ ਹੋ ਗਈਆਂ। ਇਹ ਖੁਦ ਸ਼ਹਿਰ ਛੱਡ ਕੇ ਭੱਜ ਗਏ। ਉੱਥੇ ਸਾਰੇ ਅਸੀਂ ਫਸ ਗਏ। ਉੱਥੇ ਹਰ ਘੰਟੇ ਬਾਅਦ 에ਅਰ ਸਟ੍ਰਾਈਕਸ ਹੋ ਰਹੀ ਸੀ। ਫਲਾਈਟਸ ਦੀ ਆਵਾਜ਼ ਆਉਂਦੀ ਥੀਆਂ ਤੇ ਉਹ ਬੰਬ ਸੁੱਟ ਕੇ ਚਲੇ ਜਾਂਦੇ ਥੇ। ਪੰਜਾਬ ਦੇ ਨੌਜਵਾਨ ਜੇਕਰ ਲਾਇਆ ਜਾਵੇ ਪਿਛਲੇ ਸਾਲਾਂ 'ਚ ਕਾਫੀ ਜ਼ਿਆਦਾ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਤੇ ਪੜ੍ਹਾਈਆਂ ਕਰਕੇ ਜਿਹੜਾ ਆਪਣੇ ਦੇਸ਼ ਦੇ ਵਿੱਚ ਵਾਪਸ ਪਰਤ ਕੇ ਲੋਕਾਂ ਦੀ ਸੇਵਾ ਅਤੇ ਆਪਣੇ ਮਾਂ-ਬਾਪ ਦੀ ਸੇਵਾ ਕਰਨ ਵਾਸਤੇ ਜਿਹੜੇ ਹੈਗੇ ਜਾ ਰਹੇ ਆ ਤੇ ਕਾਫੀ ਲੋਕ ਨੇ ਜਿਹੜੇ ਇੱਧਰ ਆਏ ਵੀ ਨੇ ਨੌਜਵਾਨ। ਤੇ ਜੇਕਰ ਗੱਲ ਕੀਤੀ ਜਾਵੇ ਤਾਜ਼ੇ ਹਾਲਾਤਾਂ ਦੀ ਤਾਂ ਰੂਸ ਵੱਲੋਂ ਜਿਹੜਾ ਲਗਾਤਾਰ ਜਿਹੜੇ ਯੂਕਰੇਨ 'ਤੇ ਹਮਲੇ ਕੀਤੇ ਜਾ ਰਹੇ ਨੇ, ਕਾਫੀ ਜ਼ਿਆਦਾ ਜੇਕਰ ਲਾਇਆ ਜਾਵੇ ਤਾਂ ਪੰਜਾਬ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਉੱਥੇ ਪੜ੍ਹਾਈ ਲਈ ਅਤੇ ਕੰਮਕਾਰ ਦੇ ਲਈ ਗਏ ਹੋਏ ਸੀ। ਮਲੇਰਕੋਟਲੇ ਜ਼ਿਲ੍ਹੇ ਤੋਂ ਵੀ ਕਾਫੀ ਜਿਹੜੇ ਨੌਜਵਾਨ ਸੀ ਗਏ ਹੋਏ ਹਨ ਤੇ ਕਈ ਜਿਹੜੇ ਹੈਗੇ ਵਾਪਸ ਆਪਣੇ ਘਰਾਂ ਨੂੰ ਪਰਤ ਵੀ ਆਏ ਹਨ ਤੇ ਲੱਖਾਂ ਰੁਪਏ ਲਾ ਕੇ ਜਿਹੜਾ ਹੈਗਾ ਉੱਥੇ ਪੜ੍ਹਾਈ ਕਰ ਰਿਹਾ। ਪਰ ਹੁਣ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਪੈਸਿਆਂ ਨਾਲੋਂ ਅਹਿਮ ਜਿਹੜੀਆਂ ਹੈਗੀਆਂ ਜਾਨਾਂ ਇਸ ਸਮੇਂ ਪਰਿਵਾਰ ਲਈ ਤੇ ਉਹਨਾਂ ਨੌਜਵਾਨਾਂ ਲਈ ਵੀ ਹੋਈਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਪਣੇ ਘਰ ਵਾਪਸ ਆ ਜਾਣ। ਸਾਡੇ ਨਾਲ ਨੇ ਇੱਕ ਨੌਜਵਾਨ ਨੇ ਜਿਹੜੇ ਮਲੇਰਕੋਟਲਾ ਦੇ ਨੇ। ਉਹ ਉੱਥੇ MBBS ਦੀ ਪੜ੍ਹਾਈ ਕਰ ਰਹੇ ਸੀ ਤੇ ਵਾਪਸ ਆਏ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਉੱਥੇ ਹਾਲਾਤ ਨੇ ਤੇ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਉੱਥੇ ਤੁਹਾਡੇ ਨਾਲ ਬੀਤੀ ਆ। ਕੀ ਨਾਮ ਕੀ ਹੈ ਪਹਿਲਾਂ ਤਾਂ ਤੁਸੀਂ ਇਹ ਦੱਸੋ। ਜੀ ਮੇਰਾ ਨਾਮ ਅਮਾਨ ਭੱਟੀ ਹੈ। ਮੈਂ ਉੱਥੇ MBBS ਕਰ ਰਿਹਾ। ਮੈਂ ਉੱਥੇ ਫਾਈਨਲ ਈਅਰ 'ਚ 6th ਈਅਰ ਹੁੰਦੇ ਨੇ, ਸਾਡੇ ਉੱਥੇ 6 ਸਾਲ ਹੁੰਦੇ ਨੇ। ਪਹਿਲੀ ਗੱਲ ਤਾਂ ਉੱਥੇ ਜਦ ਲੜਾਈ ਦੀ ਗੱਲਾਂ ਹੋ ਰਹੀਆਂ ਸੀ ਮਹੀਨਾ ਪਹਿਲਾਂ, ਤਾਂ ਸਾਨੂੰ ਸਾਰੇ ਕਿਤੇ ਓਫੀਸ਼ੀਅਲ ਨੋਟਿਸ ਜਾਂ ਫਿਰ ਕੋਈ ਸਾਨੂੰ ਜਿਹੜੇ ਵੀ ਪ੍ਰੋਪਰ ਓਫੀਸ਼ੀਅਲ ਸੀ ਜਾਂ ਸਾਡੀ ਯੂਨੀਵਰਸਿਟੀ ਦੇ ਓਫੀਸ਼ੀਅਲ ਤੇ ਸਾਨੂੰ ਇਹੀ ਕਹਿ ਰਹੇ ਥੇ ਵੀ ਇਹ ਕੁਝ ਡਰਨ ਦੀ ਲੋੜ ਨਹੀਂ ਹੈ, ਸਭ ਕੁਝ ਨੋਰਮਲ ਰਹੇਗਾ, ਤੁਸੀਂ ਆਪਣੀ ਇੱਥੇ ਪੜ੍ਹਾਈ ਕੰਟੀਨਿਊ ਕਰੋ। ਈਵਨ ਅਸੀਂ ਬਹੁਤ ਅਪੀਲ ਕੀਤੀ ਸਾਡੇ ਉੱਥੇ ਜੋ ਡੀਨ ਨੇ, ਜੋ ਰੈਕਟਰ ਨੇ, ਵੀ ਤੁਸੀਂ ਐਟਲੀਸਟ ਕਲਾਸਾਂ ਮਹੀਨੇ ਵਾਸਤੇ ਔਨਲਾਈਨ ਕਰ ਦੇਵੋ ਤਾਂ ਕਿ ਅਸੀਂ ਆਪਣੀ ਕੰਟਰੀ ਜਾ ਕੇ ਕੁਝ ਦੇਖ ਲਈਏ, ਸਾਡਾ ਉਹਦੇ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਜੇ ਕਲਾਸਾਂ ਤੁਹਾਡੀਆਂ ਇੱਦਾਂ ਰਹਿੰਦੀਆਂ ਨੇ। ਸਾਨੂੰ ਕੋਈ ਓਫੀਸ਼ੀਅਲ ਨੋਟਿਸ ਨਹੀਂ ਆਇਆ। ਈਵਨ ਮੇਰਾ 6th ਈਅਰ ਹੈ, ਮੈਨੂੰ 2 ਮਹੀਨੇ 'ਚ ਗ੍ਰੈਜੂਏਸ਼ਨ ਹੋ ਕੇ ਮੈਨੂੰ ਡਿਗਰੀ ਮਿਲਣ ਵਾਲੀ ਸੀ। ਸਾਡੀ ਡੀਨ ਨੇ ਸਾਨੂੰ 2 ਦਿਨ ਬੁਲਾ ਕੇ ਕਿਹਾ, ਪਹਿਲਾਂ ਬੁਲਾ ਕੇ ਕਿਹਾ, ਕਹਿੰਦੇ ਜੰਗ ਕੋਈ ਨਹੀਂ ਹੋ ਰਹੀ, ਕਿੱਥੇ ਹੋ ਰਹੀ ਜੰਗ ਮੈਨੂੰ ਦਿਖਾਓ। ਜਦ ਇਹ ਸਾਰਾ ਕੁਛ ਕਸਮਾਨ ਨਹੀਂ ਪਤਾ, 23 ਤਰੀਕ ਦੀ ਗੱਲ ਹੈ, 23 ਫਰਵਰੀ, ਉਸ ਟਾਈਮ ਕੁਛ ਹੋਇਆ ਨਹੀਂ ਸੀ। ਤਾਂ ਕਹਿੰਦੇ ਜੇ ਤੁਸੀਂ ਗਏ ਤਾਂ ਤੁਸੀਂ ਆਪਣਾ ਲਾਸਟ ਸਾਲ ਪੂਰਾ ਰਿਪੀਟ ਕਰੋਗੇ, ਤੁਹਾਨੂੰ ਡਿਗਰੀ ਨਹੀਂ ਮਿਲੇਗੀ। ਹੁਣ ਮੈਂ ਸਟੂਡੈਂਟ ਹੈ, ਮੇਰੇ ਵਾਸਤੇ ਆਪਣੀ ਡਿਗਰੀ ਤੋਂ ਇਲਾਵਾ ਜ਼ਰੂਰੀ ਚੀਜ਼ ਮੇਰੇ ਕੋਲ ਕੋਈ ਵੀ ਨਹੀਂ ਹੈਗੀ ਆ। ਮੈਂ ਆਪਣਾ ਕੋਈ ਸਾਲ ਬਰਬਾਦ ਨਹੀਂ ਕਰਨਾ ਚਾਹੁੰਦਾ। ਆਲਰੇਡੀ ਸਾਡੀ MBBS ਦੀ ਪੜ੍ਹਾਈ ਬਹੁਤ ਲੰਬੀ ਹੁੰਦੀ ਹੈ। ਤਾਂ ਫਿਰ ਉਸ ਤੋਂ ਅਗਲੇ ਦਿਨ ਸਾਡੇ ਉੱਥੇ 에ਅਰ ਸਟ੍ਰਾਈਕਸ ਵਗੈਰਾ ਸ਼ੁਰੂ ਹੋ ਗਈਆਂ। ਸਭ ਤੋਂ ਪਹਿਲਾਂ ਇਹਨਾਂ ਦਾ ਹੀ ਕੋਈ ਮੈਸੇਜ ਨਹੀਂ ਆਇਆ ਸਾਨੂੰ ਉੱਥੇ ਯੂਨੀਵਰਸਿਟੀ ਤੋਂ, ਸਾਨੂੰ ਕੋਈ ਪ੍ਰੋਬਲਮ, ਸਾਨੂੰ ਕੁਛ ਨਹੀਂ ਆਇਆ। ਇਹ ਖੁਦ ਸ਼ਹਿਰ ਛੱਡ ਕੇ ਭੱਜ ਗਏ। ਉੱਥੇ ਸਾਰੇ ਅਸੀਂ ਫਸ ਗਏ। ਸਾਡਾ ਜਿੱਥੋਂ ਮੈਂ ਹੈ ਖਾਰਕਿਵ ਸ਼ਹਿਰ ਤੋਂ ਹੈ, ਜੋ ਕਿ ਯੂਕਰੇਨ ਦੇ ਈਸਟ ਪਾਰਟ 'ਤੇ ਹੈ, ਜਿੱਥੇ ਜੋ ਕਿ ਬਿਲਕੁਲ ਰਸ਼ੀਆ ਦੇ ਨਾਲ ਲੱਗਦਾ ਬਾਰਡਰ, ਜਮੀ 30 ਕਿਲੋਮੀਟਰ ਦਾ ਫਰਕ ਹੈ। ਜਿੱਥੇ ਪ੍ਰੋਪਰ ਵੋਰ ਜ਼ੋਨ ਸੀ ਇਹ, ਜਿੱਥੇ ਇੰਨੀ ਜ਼ਿਆਦਾ ਫਾਈਟਿੰਗ ਜਿਹੜੀ ਹੋ ਰਹੀ ਹੈ ਉਹ ਇੱਥੇ ਹੋ ਰਹੀ ਹੈ ਸਭ। ਹੋਰ ਇਸ ਸ਼ਹਿਰ 'ਚ ਸਾਡਾ 4-5 ਹਜ਼ਾਰ ਇੰਡੀਅਨ ਬੱਚਾ ਹੈ। ਸਾਡੀ ਬੇਨਤੀ ਇਹ ਸੀ ਗਵਰਨਮੈਂਟ ਤੋਂ, ਜਦੋਂ ਉੱਥੇ ਹਮਲਾ ਹੋ ਰਿਹਾ ਸੀ, ਕਾਫੀ ਗੋਲੀਬਾਰੀ ਹੋ ਰਹੀ ਸੀ, ਕਿਸ ਤਰ੍ਹਾਂ ਦਾ ਲੱਗ ਰਿਹਾ ਸੀ, ਕਿਸ ਤਰ੍ਹਾਂ ਦਾ ਮਾਹੌਲ ਸੀ ਜਿਹੜਾ ਉੱਥੇ ਹਰ ਘੰਟੇ ਬਾਅਦ 에ਅਰ ਸਟ੍ਰਾਈਕਸ ਹੋ ਰਹੀ ਸੀ। ਫਲਾਈਟਸ ਦੀ ਆਵਾਜ਼ ਆਉਂਦੀ ਥੀਆਂ ਤੇ ਉਹ ਬੰਬ ਸੁੱਟ ਕੇ ਚਲੇ ਜਾਂਦੇ ਥੇ। ਸਾਨੂੰ ਇਹ ਨਹੀਂ ਪਤਾ ਥਾ ਵੀ ਸਾਡੇ ਉੱਪਰ ਵੀ ਕਲਾਕਾਰ ਗਿਰ ਸਕਦਾ ਹੈ, ਕਿਉਂਕਿ ਉਹ ਰੈਂਡਮਲੀ ਗਿਰ ਰਹੇ ਥੇ। ਉਸ ਟਾਈਮ ਆਲੇ ਦੁਆਲੇ ਬਹੁਤ ਡਰ ਦਾ ਮਾਹੌਲ ਥਾ। ਈਵਨ ਮੈਨੂੰ ਹੁਣ ਜੇ ਕੋਈ ਗੇਟ ਵੀ ਜ਼ੋਰ ਕੇ ਬੰਦ ਕਰ ਦਿੰਦਾ, ਮੈਨੂੰ ਲੱਗਦਾ ਵੀ ਬੰਬ ਫਟ ਗਿਆ। ਕੋਈ ਬਾਹਰ ਆਵਾਜ਼ ਆ ਗਈ, ਮੈਨੂੰ ਲੱਗਦਾ ਸਾਇਰਨ ਵੱਜਦੇ, ਉੱਥੇ ਸਾਇਰਨ ਵੱਜ ਰਹੇ ਸੀਗੇ।
ਤਾਂ ਫਿਰ ਸਾਨੂੰ ਬੇਨਤੀ ਅਸੀਂ ਇਹੀ ਸੀਗੀ ਵੀ ਕੀ ਹੁਣ ਲੱਗਦਾ ਸੀ ਵੀ ਅਸੀਂ ਹੁਣ ਕੋਈ ਵੱਡੀ ਜਿਹੜੀ ਹੈਗੀ ਆ ਘਟਨਾ ਸਾਡੇ ਨਾਲ ਵਾਪਰੂਗੀ, ਅਸੀਂ ਜਾ ਸਕਾਂਗੇ, ਜਾਂ ਕੀ ਮਨ ਦੇ ਵਿੱਚ ਕਿਹੋ ਜਿਹੇ ਆ ਰਹੇ ਇਸ ਸੀ? ਤਰ੍ਹਾਂ ਦਾ ਬਿਲਕੁਲ ਕੁਝ ਨਹੀਂ ਥਾ। ਸਾਨੂੰ ਥਾ ਵੀ ਸਾਡੇ 2 ਮਹੀਨੇ ਰਹਿ ਗਏ ਨੇ ਬਸ, ਅਸੀਂ ਆਪਣੀ ਗ੍ਰੈਜੂਏਸ਼ਨ ਕਰਕੇ ਡਿਗਰੀ ਲੈ ਕੇ ਆਰਾਮ ਨਾਲ ਘਰ ਜਾਵਾਂਗੇ, ਆਪਣੀ ਜਾ ਕੇ ਉੱਥੇ ਦੇਸ਼ ਦੀ ਸੇਵਾ ਕਰਾਂਗੇ। ਉਸ ਤੋਂ ਬਾਅਦ ਫਿਰ ਜਦ ਬੰਬ ਫਟ ਗਏ ਤਾਂ ਅਸੀਂ ਸਾਰੇ ਉੱਥੇ ਯੂਕਰੇਨ ਦਾ ਪੂਰਾ ਉਹ ਖਾਰਕਿਵ ਦਾ ਪੂਰਾ ਸਿਟੀ ਖਾਲੀ ਹੋ ਗਈ ਅਤੇ ਅਸੀਂ ਸਾਰੇ ਦੇ ਸਾਰੀ ਪੋਪੂਲੇਸ਼ਨ ਉੱਥੇ ਬੰਕਰਾਂ 'ਚ ਚਲੀ ਗਈ। ਖਾਣ ਪੀਣ ਦਾ ਕਿਸ ਤਰ੍ਹਾਂ ਸੀ? ਕੁਛ ਨਹੀਂ ਥਾ। ਉੱਥੇ ਦੀ ਜਿਹੜੀ ਲੋਕਲ ਗਵਰਨਮੈਂਟ ਹੈ, ਯੂਕਰੇਨ ਦੀ ਲੋਕਲ ਗਵਰਨਮੈਂਟ, ਉਹਨਾਂ ਨੇ ਪ੍ਰੋਵਾਈਡ ਕੀਤਾ ਸਾਨੂੰ ਖਾਣਾ। ਸਾਨੂੰ ਇੱਕ ਟਾਈਮ 'ਤੇ ਇੱਕ ਬ੍ਰੈਡ ਮਿਲ ਜਾਂਦੀ ਸੀ, ਇੱਕ ਚੀਜ਼ ਮਿਲ ਜਾਂਦੀ, ਅਸੀਂ ਉਸ ਟਾਈਮ 'ਚ ਖੁਸ਼ ਤੇ। ਸਾਨੂੰ ਘਰ ਕੁਛ ਖਾ ਨਹੀਂ ਸਕਾ, ਸਾਰੀ ਸੁਪਰ ਮਾਰਕੀਟ ਵਗੈਰਾ ਬੰਦ ਹੋ ਗਈਆਂ ਥੀਆਂ, ਕੁਛ ਬਾਹਰੋਂ ਸਮਾਨ ਜਿਹੜਾ ਬੈਂਕ ਬੰਦ ਹੋ ਚੁੱਕੇ ਥੇ। ਜਿਹੜੇ ਇੰਡੀਆ ਬੱਚੇ ਉੱਥੇ ਜਿਹੜੇ ਬੱਚੇ ਫਸੇ ਹੋਏ ਥੇ, ਕੁਛ ਬੱਚੇ ਐਸੇ ਵੀ ਨੇ ਜਿਨ੍ਹਾਂ ਕੋਲ ਪੈਸੇ ਨਹੀਂ ਥੇ ਉੱਥੇ, ਅਤੇ ਉਹ ਇੰਡੀਆ ਤੋਂ ਮੰਗਵਾ ਵੀ ਨਹੀਂ ਸਕਦੇ ਕਿਉਂਕਿ ਉੱਥੇ ਦੇ ਬੈਂਕ ਵਗੈਰਾ 'ਚ ATM ਖਾਲੀ ਹੋ ਚੁੱਕੇ ਨੇ, ਬੈਂਕ ਚੱਲ ਨਹੀਂ ਰਹੇ, ਉਹਨਾਂ ਦੀ ਕੰਡੀਸ਼ਨ ਬਹੁਤ ਖ਼ਰਾਬ ਥੀ। ਅਸੀਂ ਸਾਰੇ ਬੰਕਰ 'ਚ ਬੈਠੇ ਸੀਗੇ। ਸਾਨੂੰ ਇਹ ਥਾ ਵੀ ਸਾਡੀ ਜਿਹੜੀ ਉੱਥੇ ਇੰਡੀਅਨ ਐਮਬੈਸੀ ਹੈ ਯੂਕਰੇਨ ਦੇ ਵਿੱਚ, ਅਸੀਂ ਉਹਨਾਂ ਨੂੰ ਬੜੀ ਵਾਰ ਅਪੀਲ ਕੀਤੀ ਵੀ ਤੁਸੀਂ ਕੋਈ ਬੱਸਿਸ ਅਰੇਂਜ ਕਰਕੇ, ਜੇ ਅਸੀਂ ਇੱਥੋਂ ਰਸ਼ੀਆ ਵਾਲੇ ਬੈਲਗੋਰਾਦ ਬਾਰਡਰ ਤੋਂ ਨਹੀਂ ਕ੍ਰੋਸ ਕਰ ਸਕਦੇ, ਅਸੀਂ ਘਰ ਨਹੀਂ ਜਾ ਸਕਦੇ, ਅਤੇ ਜੋ ਹੋ ਰਹੀ ਸੀ ਇਵੈਕੂਏਸ਼ਨ, ਜੋ ਇੰਡੀਆ 'ਚ ਦਿਖਾ ਰਹੇ ਨੇ, ਉਹ ਹੋ ਰਹੀ ਸੀਗੀ ਲਵੀਵ ਸ਼ਹਿਰ ਤੋਂ, ਚਰਨੀਸਕੀ ਸ਼ਹਿਰ ਤੋਂ, ਹੰਗਰੀ, ਰੋਮੇਨੀਆ ਜਾਂ ਪੋਲੈਂਡ ਬਾਰਡਰ ਤੋਂ। ਪਰ ਜਿਹੜਾ ਈਸਟ ਵਾਲਾ ਪਾਰਟ ਹੈ, ਸਾਡਾ ਪਾਰਟ ਬਿਲਕੁਲ ਰਸ਼ੀਆ ਦੇ ਨਾਲ ਲੱਗਦਾ ਹੈ। ਅਸੀਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਾਣਾ ਸੀਗਾ, ਸਾਡਾ ਉੱਥੇ ਈਸਟ ਤੋਂ ਵੈਸਟ 1500 ਕਿਲੋਮੀਟਰ ਦਾ ਸਫ਼ਰ ਹੈ। ਸਾਨੂੰ ਇੱਥੋਂ ਅਸੀਂ ਕਿਹਾ ਤਾਂ ਤੁਹਾਨੂੰ ਐਟਲੀਸਟ ਇੱਥੋਂ ਬੱਸਾਂ ਕਰਾ ਦਿਓ ਇੰਡੀਅਨ ਐਮਬੈਸੀ ਤੋਂ ਉੱਥੇ, ਵੀ ਤਾਂ ਕਿ ਬੱਚੇ ਸੇਫਲੀ ਜਾ ਸਕਣ ਉੱਥੇ, ਹੋਰ ਇੱਕ ਸਾਡੇ ਨਾਲ ਇੱਕ ਓਫੀਸ਼ੀਅਲ ਭੇਜ ਦਿਓ ਤੁਹਾਡਾ। ਪਰ ਉਹਨਾਂ ਨੇ ਐਸਾ ਕੁਛ ਨਹੀਂ ਕੀਤਾ ਹੈਗਾ। ਅਸੀਂ ਫਸੇ ਰਹੇ ਉੱਥੇ, ਸਾਨੂੰ ਅਸੀਂ 5 ਦਿਨ ਉੱਥੇ ਅਸੀਂ ਉੱਥੇ ਬੰਕਰਾਂ 'ਚ ਫਸੇ ਰਹੇ। ਫਿਰ ਅਸੀਂ 6ਵੇਂ ਦਿਨ ਡਿਸਾਈਡ ਕੀਤਾ ਕਿ ਐਮਬੈਸੀ ਨੇ ਤਾਂ ਉਰੇ ਕੁਛ ਨਹੀਂ ਕਰਨਾ ਹੈਗਾ, ਸਾਨੂੰ ਖੁਦ ਹੀ ਕੋਈ ਸਟੈਪ ਲੈਣਾ ਪਏਗਾ। ਫਿਰ ਅਸੀਂ ਖੁਦ ਉੱਥੋਂ ਅਸੀਂ ਟ੍ਰੇਨਾਂ ਚੱਲ ਰਹੀਆਂ ਥੀਆਂ। ਟ੍ਰੇਨਾਂ ਵੀ ਇਸ ਤਰ੍ਹਾਂ ਚੱਲ ਰਹੀਆਂ ਥੀਆਂ ਵੀ ਤੁਸੀਂ ਫਿਲਮਾਂ 'ਚ ਦੇਖਿਆ ਹੋਊਗਾ, ਅਸੀਂ ਜਿਵੇਂ 47 ਦੇ ਵਿੱਚ ਲੋਕ ਬੱਸ ਟ੍ਰੇਨਾਂ ਵਿੱਚ ਭੱਜ ਕੇ ਲੱਥ ਕੇ ਜਾ ਰਹੀਆਂ ਨੇ, ਲੋਕ ਭੱਜ ਕੇ ਜਾ ਰਹੇ ਨੇ, ਉਸ ਤਰ੍ਹਾਂ ਦਾ ਹਾਲ ਸੀ ਜੋ ਅਸੀਂ ਫਿਲਮਾਂ 'ਚ ਦੇਖਦੇ ਹਾਂ। ਮੈਨੂੰ ਲੱਗਦਾ ਨਹੀਂ ਤਾਂ ਮੈਂ ਕਦੇ ਜ਼ਿੰਦਗੀ 'ਚ ਆਪੇ ਦੇਖੂਗਾ। ਉਹ ਫ੍ਰੀ ਲੈ ਕੇ ਜਾ ਰਹੀਆਂ ਸੀ ਜਾਂ ਪੈਸੇ? ਉਹ ਫ੍ਰੀ ਲੈ ਕੇ ਜਾ ਰਹੀਆਂ ਸੀਗੀਆਂ, ਬਟ ਉੱਥੇ ਦੇ ਜਿਹੜੇ ਓਫੀਸ਼ੀਅਲ ਥੇ ਟ੍ਰੇਨਾਂ ਦੇ ਵਿੱਚ, ਉਹ ਆਪਣੇ ਹੀ ਕੰਟਰੀ ਦੇ ਲੋਕਾਂ ਨੂੰ ਪ੍ਰਾਇਓਰਿਟੀ ਦੇ ਰਹੇ ਥੇ, ਔਰ ਆਪਣੀ ਕੰਟਰੀ ਦੇ ਬੱਚਿਆਂ ਨੂੰ, ਆਪਣੇ ਕੰਟਰੀ ਦੇ ਵਿੱਚ ਬੱਚਿਆਂ ਅਤੇ ਲੇਡੀਜ਼ ਨੂੰ ਪ੍ਰਾਇਓਰਿਟੀ ਦੇ ਰਹੇ ਥੇ। ਅਤੇ ਉਹ ਅਗਰ ਕੋਈ ਇੰਡੀਅਨ ਬੰਦਾ ਉੱਥੇ ਆ ਵੀ ਰਿਹਾ ਥਾ ਟ੍ਰੇਨ 'ਚ ਚੜ੍ਹਨ ਵਾਸਤੇ, ਉਹਦੇ ਪੇਟ 'ਚ ਹੀ ਡੰਡੇ ਮਾਰਦੇ ਸੀਗੇ, ਔਰ ਉਹ ਕਿਸੇ ਦਾ ਸਿਰ 'ਤੇ ਲੱਗਦੇ ਸੀ, ਕਿਸੇ ਦੇ ਪੈਰ 'ਤੇ ਲੱਗਦੇ ਸੀਗੇ, ਉਹ ਕੁਛ ਨਹੀਂ ਪਤਾ ਚੱਲਦਾ ਸੀ। ਕਿੰਨੀਆਂ ਕੁ ਮਿੰਨਤਾਂ ਕਰਦੇ ਸੀ ਚੜ੍ਹਨ ਵਾਸਤੇ ਵੀ? ਅਸੀਂ ਬਹੁਤ ਮਿਹਨਤਾਂ ਕੀਤੀਆਂ। ਈਵਨ ਸਾਡੇ ਜਿਹੜੇ ਸਟੂਡੈਂਟਸ ਨੇ, ਅਸੀਂ ਉਹਨਾਂ ਦੇ ਹੱਥ 'ਚ ਡਾਲਰ ਵੀ ਫੜਾਏ, ਪਰ ਇਸ ਟਾਈਮ 'ਤੇ ਪੈਸਾ ਕਾਗਜ਼ ਬਣ ਜਾਂਦਾ, ਕੋਈ ਕੰਮ ਨਹੀਂ ਕਰਦਾ ਹੈਗਾ। ਤਾਂ ਫਿਰ ਅਸੀਂ 3 ਦਿਨ ਉੱਥੇ ਵੇਟ ਕੀਤੀ ਅਸੀਂ। ਤਾਂ ਫਿਰ ਸਾਨੂੰ ਕੋਈ ਸਾਨੂੰ ਟ੍ਰੇਨ ਮਿਲੀ, ਉੱਥੇ ਸਾਨੂੰ ਕੋਈ ਯੂਕਰੇਨੀਅਨ ਮਿਲੇ ਸਾਡੇ, ਉਹਨਾਂ ਨੇ ਸਾਨੂੰ ਚੜ੍ਹਵਾ ਕਿਸੇ ਤਰ੍ਹਾਂ। ਸਾਡਾ ਜਿਹੜਾ ਗਰੁੱਪ ਥਾ, ਅਸੀਂ 20 ਬੱਚੇ ਸੀਗੇ ਅਸੀਂ। ਤਾਂ ਫਿਰ ਉੱਥੋਂ ਅਸੀਂ ਟ੍ਰੇਨ ਲੈ ਕੇ ਸਿੱਧਾ ਟ੍ਰੇਨ ਗਈ ਉਹ ਲਵੀਵ, ਪਰ ਸਾਨੂੰ ਰਸਤੇ 'ਚ ਵੀ ਇਹੀ ਤਾਂ, ਕਿਉਂਕਿ ਟ੍ਰੇਨ ਦੀ ਸਾਰੀ ਬਿਜਲੀ ਸਭ ਬੰਦ ਥੀ, ਕਿਉਂਕਿ ਕਦੇ ਵੀ ਏਅਰ ਸਟ੍ਰਾਈਕ ਹੋ ਸਕਦੀ। ਉੱਪਰ ਉਹਨਾਂ ਨੂੰ ਦਿਖ ਜਾਂਦਾ ਵੀ ਇੱਥੇ ਲਾਈਟ ਚੱਲ ਰਹੀ ਹੈ। ਈਵਨ ਸ਼ਹਿਰ ਵੀ ਪੂਰੇ ਸ਼ਹਿਰ ਬਲੈਕ ਆਊਟ ਹੋ ਗਏ ਸੀ, ਕੋਈ ਸਟਰੀਟ ਲਾਈਟ ਨਹੀਂ ਥੀ, ਬਿਲਕੁਲ ਹਨੇਰਾ ਥਾ ਉੱਥੇ ਵੀ। ਜੇ ਉੱਪਰ ਉਹਨਾਂ ਨੂੰ ਦਿਖ ਜਾਂਦੇ ਵੀ ਇੱਥੇ ਲਾਈਟ ਚੱਲ ਰਹੀ ਹੈ, ਇੱਥੇ ਰਿਹਾਇਸ਼ੀ ਇਲਾਕਾ, ਤਾਂ ਉਹਨਾਂ ਨੇ ਬੰਬ ਸਿੱਟ ਦੇਣੇ ਆ। ਉਸ ਤੋਂ ਬਾਅਦ ਅਸੀਂ ਉੱਥੇ ਗਏ। ਉੱਥੋਂ ਅਸੀਂ ਲਵੀਵ ਤੋਂ ਅਸੀਂ ਉੱਥੇ ਬੁਦਾਪੇਸਟ ਬਾਰਡਰ ਗਏ, ਜੋ ਕਿ ਪੋਲੈਂਡ ਅਤੇ ਯੂਕਰੇਨ ਦਾ ਬਾਰਡਰ ਹੈ। ਉੱਥੇ ਵੀ ਸਾਡੇ ਨਾਲ ਪਾਰਸ਼ੈਲਿਟੀ ਹੁੰਦੀ ਰਹੀ, ਕਿਉਂਕਿ ਓਬਵੀਅਸਲੀ ਉਹਨਾਂ ਦੀ ਆਪਣੀ ਕੰਟਰੀ ਦੇ ਬੰਦੇ ਨੂੰ ਉਹਨਾਂ ਨੇ ਸਪੋਰਟ ਕਰਨੀ ਹੈ। ਅਤੇ ਉੱਥੇ ਯੂਕਰੇਨੀਅਨਸ ਬਾਰਡਰ ਕ੍ਰੋਸ ਕਰ ਰਹੇ ਥੇ, ਬੱਚੇ ਇੰਡੀਅਨ ਖੜ੍ਹੇ ਰਹੇ ਸਾਡੇ ਨਾਲ। ਅਸੀਂ 10 ਘੰਟੇ ਉੱਥੇ ਬਾਹਰ ਖੜ੍ਹੇ ਰਹੇ, ਸਾਡੇ ਸਿਰ 'ਤੇ ਕੋਈ ਸ਼ੈਲਟਰ ਨਹੀਂ ਥਾ, ਕੁਛ ਨਹੀਂ ਥਾ, ਬਰਫ਼ ਪੈ ਰਹੀ ਥੀ। ਸਾਡੇ ਨਾਲ ਜਿਹੜੇ ਉੱਥੇ ਬੱਚੇ ਥੇ, ਲੜਕੀਆਂ ਜਿਹੜੀ ਥੀਆਂ, ਉਹ ਹਾਈਪੋਥਰਮੀਆ ਦਾ ਸ਼ਿਕਾਰ ਹੋ ਕੇ ਗਿਰ ਰਹੀਆਂ ਥੀਆਂ, ਬੇਹੋਸ਼ ਹੋ ਰਹੀਆਂ ਥੀਆਂ। ਅਸੀਂ ਉਹਨਾਂ ਦੇ ਉੱਪਰ ਸਾਰੀਆਂ ਜੈਕਟਾਂ ਪਾ ਕੇ ਉਹਨਾਂ ਦੀ ਹੈਲਪ ਕਰ ਰਹੇ ਥੇ ਵੀ ਕੁਛ ਕਰੀਏ ਅਸੀਂ ਇਹਨਾਂ ਨੂੰ, ਬਟ ਉੱਥੇ ਹਾਲਾਤ ਬਹੁਤ ਮਾੜੇ ਥੇ। ਫਿਰ ਜਦ ਅਸੀਂ ਫਾਈਨਲੀ ਪੋਲੈਂਡ ਬਾਰਡਰ ਗਏ, ਸਾਡੀ ਉੱਥੇ ਪੋਲੈਂਡ 'ਚ ਜਿਹੜੀ ਇੰਡੀਅਨ ਐਮਬੈਸੀ ਸਾਡੀ, ਉਹਨਾਂ ਨੇ ਬੜੀ ਹੈਲਪ ਕੀਤੀ। ਉਹਨਾਂ ਨੇ ਸਾਨੂੰ ਹੋਟਲ ਬੁੱਕ ਕਰਾ ਕੇ ਦਿੱਤੇ। ਹੋਟਲ ਦੇ ਵਿੱਚ ਇੱਕ ਹੋਲ ਦੇ ਵਿੱਚ ਉਹਨਾਂ ਨੇ ਨੀਚੇ ਹੀ ਬਿਸਤਰੇ ਡਾਏ ਹੋਏ ਸੀਗੇ, 3-4 ਫਲੋਰ ਦਾ ਹੋਟਲ ਥਾ। ਉੱਥੋਂ ਬਾਅਦ ਉਹਨਾਂ ਨੇ ਸਾਨੂੰ ਬੱਸਾਂ ਕਰਾ ਕੇ ਸਾਨੂੰ ਏਅਰਪੋਰਟ ਭੇਜਿਆ, ਅਤੇ ਸਾਨੂੰ ਇੰਡੀਗੋ ਦੀ ਫਲਾਈਟ ਸਾਨੂੰ ਰੈਸਕਿਊ ਕਰਾਉਣ ਵਾਸਤੇ ਆਈ। ਬਟ ਮੇਰੀ ਗੁਜ਼ਾਰਿਸ਼ ਇਹੀ ਹੈ ਗਵਰਨਮੈਂਟ ਤੋਂ ਵੀ ਜਿਹੜੇ ਈਸਟ ਸਾਈਡ ਤੋਂ ਬੱਚੇ ਨੇ, ਉਹਨਾਂ ਵਾਸਤੇ ਹਾਲੇ ਵੀ ਜੇ ਬੱਚੇ ਉੱਥੇ ਹੈਗੇ ਨੇ, ਜੋ ਕਿ ਮੈਨੂੰ ਪਤਾ ਬਹੁਤ ਨੇ, ਤਾਂ ਉਹਨਾਂ ਦੀ ਇਵੈਕੂਏਸ਼ਨ ਵਾਸਤੇ ਕੁਛ ਨਾ ਕੁਛ ਕੀਤਾ ਜਾਵੇ, ਕਿਉਂਕਿ
ਮੈਂ ਤਾਂ 6th ਈਅਰ ਦਾ ਬੱਚਾ ਮੈਨੂੰ ਉੱਥੇ ਦੀ ਲੈਂਗੁਏਜ ਆਉਂਦੀ ਹੈ। ਜਿਹੜੇ ਵਿਚਾਰੇ ਜੂਨੀਅਰ ਨੇ 2nd ਈਅਰ ਦੇ, ਉਹ ਹੁਣੀ ਗਏ ਨੇ, ਉਹਨਾਂ ਨੂੰ ਕੁਛ ਨਹੀਂ ਪਤਾ, ਉਹਨਾਂ ਨੂੰ ਇਹ ਵੀ ਨਹੀਂ ਪਤਾ ਰੇਲਵੇ ਸਟੇਸ਼ਨ ਕਿੱਥੇ ਹੈ। ਉਹ ਵਿਚਾਰੇ ਕਿੱਦਾਂ ਇਵੈਕੂਏਸ਼ਨ ਕਰਨ, ਔਰ ਉਹ ਇੰਨੇ ਡਰੇ ਹੋਏ ਨੇ, ਇੰਨੇ ਸਹਿਮੇ ਹੋਏ ਨੇ, ਉਹ ਆਪਣੇ ਬੰਕਰਸ ਤੋਂ ਨਿਕਲਣਾ ਵੀ ਨਹੀਂ ਚਾਹੁੰਦੇ। ਉਹਨਾਂ ਨੂੰ ਐਂ ਵੀ ਅਸੀਂ ਜੇ ਮਰਨਾ ਤਾਂ ਅਸੀਂ ਉਰੀ ਮਰਾਂਗੇ, ਅਸੀਂ ਬਾਹਰ ਨਹੀਂ ਜਾ ਸਕਦੇ ਹੈਗੇ। ਮੈਂ ਚਾਹੁੰਦਾ ਵੀ ਸਾਡੀ ਹਲੇ ਵੀ ਇੰਡੀਅਨ ਸਰਕਾਰ ਕੋਈ ਹੈਲਪ ਕਰੇ, ਕੋਈ ਐਮਬੈਸੀ ਹੈਲਪ ਕਰੇ, ਉੱਥੇ ਬੱਚਿਆਂ ਨੂੰ ਇਵੈਕੂਏਸ਼ਨ ਦੇ ਵਿੱਚ ਕੋਈ ਸਹੂਲਤਾਂ ਮਿਲਣ। ਜੇਕਰ ਲੜਕੀਆਂ ਦੀ ਗੱਲ ਕੀਤੀ ਜਾਵੇ ਤਾਂ ਲੜਕੀਆਂ ਦੀ ਹਾਲਾਤ ਕਿਸ ਤਰ੍ਹਾਂ ਨੇ? ਕਿਉਂਕਿ ਦੇਖਦੇ ਹਾਂ, ਵੀਡੀਓ ਵੀ ਦੇਖਦੇ ਹਾਂ ਵੀ ਕਾਫੀ ਜ਼ਿਆਦਾ ਜਿਹੜੇ ਹੈਗੇ ਨੌਜਵਾਨ ਨੇ ਤੁਰ ਕੇ ਕਈ ਕਿਲੋਮੀਟਰ 'ਤੇ ਜਾ ਰਹੇ ਨੇ, ਕਿਉਂਕਿ ਟੈਕਸੀਆਂ ਦਾ ਜਿਹੜਾ ਹੈਗਾ ਕਿਰਾਇਆ ਵੀ ਬਹੁਤ ਜ਼ਿਆਦਾ ਲਿੱਤਾ ਜਾ ਰਿਹਾ। ਲੜਕੀਆਂ ਦੇ ਕੈਸੇ ਹਾਲਾਤ ਨੇ ਉੱਧਰ ਦੇਖਿਆ ਹੋਊਗਾ? ਪਹਿਲੀ ਗੱਲ ਤਾਂ ਉੱਥੇ ਟੈਕਸੀ ਚੱਲ ਨਹੀਂ ਰਹੀ, ਸਾਰਿਆਂ ਨੂੰ ਆਪਣੀ ਜਾਨ ਪਿਆਰੀ ਹੈ। ਜੇ ਕੋਈ ਟੈਕਸੀ ਚੱਲ ਵੀ ਰਹੀ ਹੈ ਤਾਂ ਫਿਰ ਉਹ 10 ਕਿਲੋਮੀਟਰ ਦੇ ਸਫ਼ਰ ਵਾਸਤੇ ਉਹ ਮੰਗ ਰਹੇ ਨੇ $1000, ਜੋ ਕਿ ਸਾਡੇ ਕੋਲ ਆਲਰੇਡੀ ਘੱਟ ਨੇ, ਸਾਡੇ ਅਸੀਂ ਘਰ ਤੋਂ ਮੰਗਵਾ ਨਹੀਂ ਸਕਦੇ ਹੈਗੇ ਹੈ। ਅਤੇ ਹਰ ਇੱਕ ਬੱਚਾ $1000 ਨਹੀਂ ਅਸੀਂ ਇਕੱਠੇ ਕਰਕੇ ਤਾਂ ਕਰ ਵੀ ਸਕਦੇ ਹਾਂ ਇਸ ਟਾਈਮ 'ਤੇ, ਅਸੀਂ ਕੋਈ ਇੱਕ ਬੱਚਾ ਕਿਵੇਂ ਦੇਗਾ। ਤਾਂ ਬੱਚੇ ਹੁਣ ਤਾਂ ਉੱਥੇ ਕੰਡੀਸ਼ਨ ਇੱਦਾਂ ਨੇ, ਲਾਈਕ ਲੋਕ ਸ਼ਹਿਰ ਛੱਡ ਕੇ ਵੀ ਬਾਏ ਪੈਦਲ ਜਾ ਰਹੇ ਨੇ। ਲੋਕ ਬੋਰਡਰ 'ਤੇ ਕਰੋਸ ਕਰਨ ਵਾਸਤੇ ਲੋਕ ਉਹ ਜੋ ਵੈਸਟ ਸਾਈਡ 'ਤੇ ਬੋਰਡਰ ਨੇ, ਬੱਚੇ 45 ਕਿਲੋਮੀਟਰ ਤੁਰ ਕੇ ਜਾ ਰਹੇ ਨੇ। ਲੋਕ ਰੇਲਵੇ ਸਟੇਸ਼ਨ ਤੱਕ ਵੀ ਜੇ ਬੱਚੇ ਆ ਰਹੇ ਨੇ 10 ਕਿਲੋਮੀਟਰ ਤੁਰ ਕੇ ਆ ਰਹੇ ਨੇ। ਸਾਨੂੰ ਰੇਲਵੇ ਸਟੇਸ਼ਨ ਵੀ ਸਾਨੂੰ ਇਹੀ ਥਾ ਵੀ ਇੱਕ ਗੁਰਦਾ ਪੋਪੂਲਰ ਲੈਂਡਮਾਰਕ ਹੈ ਕਿ ਤੁਰੇ ਬੰਬ ਵੀ ਨਾ ਸਿੱਟ ਦੇਣ ਕਿਤੇ ਇਹ, ਅਤੇ ਮਲਬੇ 'ਚ ਅਸੀਂ ਦੱਬੇ ਜਾਣ, ਸਾਨੂੰ ਕੋਈ ਰੈਸਕਿਊ ਟੀਮ ਬਚਾਉਣ ਵੀ ਨਹੀਂ ਆਏਗੀ। ਸਾਡਾ ਇੱਥੇ ਮਲਬੇ ਦੇ ਵਿੱਚ ਦੱਬੇ ਰਹਿ ਕੇ ਸਾਡਾ ਕਦੇ ਵੀ ਦਮ ਘੁੱਟ ਕੇ ਅਸੀਂ ਮਰ ਸਕਦੇ, ਸਾਨੂੰ ਕੋਈ ਰੈਸਕਿਊ ਟੀਮ ਵੀ ਨਹੀਂ ਆਏਗੀ, ਕਿਉਂਕਿ ਹਾਲਾਤ ਹੀ ਐਸੇ ਥੇ, ਬਹੁਤ ਮਾੜੇ ਥੇ। ਲੜਕੀਆਂ ਹਾਈਪੋਥਰਮੀਆ ਦਾ ਸ਼ਿਕਾਰ। ਪਰ ਬਸ ਮੈਂ ਹੀ ਹੈ ਵੀ ਹੁਣ ਕੁਛ ਹਾਲੇ ਵੀ ਕੁਛ ਕਰੋ। ਮੈਂ ਕਹਿੰਦਾ ਇੰਡੀਆ ਸਰਕਾਰ ਉੱਥੇ ਪਲੀਜ਼ ਹਾਲੇ ਬੱਚੇ ਜਿਹੜੇ ਹੈਗੇ ਨੇ ਉੱਥੇ, ਹਾਲੇ ਵੀ ਮੇਰੇ ਜਿੱਥੇ ਤੱਕ ਮੈਨੂੰ ਨੌਲੇਜ ਹੈ ਸੂਮੀ ਅਤੇ ਖਾਰਕਿਵ ਦੇ ਉੱਥੇ 400-500 ਬੱਚਾ ਹਾਲੇ ਵੀ ਫਸਿਆ ਹੋਇਆ ਹੈ। ਮੈਂ ਚਾਹੁੰਦਾ ਵੀ ਉੱਥੇ ਉਹਨਾਂ ਨੂੰ ਇਵੈਕੂਏਸ਼ਨ 'ਚ ਕੋਈ ਹੈਲਪ ਕਰੇ। ਸਾਡੇ ਉੱਥੇ ਜੋ ਕਿ ਗਾਰਡੀਅਨ ਏਂਜਲਸ ਨੇ, ਏਡੂਪੀਡੀਆ ਗਰੁੱਪ ਹੈ ਜਾਂ ਬੌਬ ਟ੍ਰੇਡ ਗਰੁੱਪ ਹੈ, ਸਾਡੀ ਉਹਨਾਂ ਨੇ ਬੜੀ ਹੈਲਪ ਕੀਤੀ, ਜੋ ਕਿ ਗਵਰਨਮੈਂਟ ਦੇ ਵਿੱਚ ਨਹੀਂ ਆਉਂਦੀ ਇੰਡੀਆ ਦੀ। ਸਟਿਲ ਉਹਨਾਂ ਨੇ ਗਵਰਨਮੈਂਟ ਤੋਂ ਵੱਧ ਹੈਲਪ ਕੀਤੀ। ਉਹਨਾਂ ਨੇ ਬੱਚਿਆਂ ਨੂੰ ਪਾਣੀ, ਰਾਸ਼ਨ ਵਗੈਰਾ ਪ੍ਰੋਵਾਈਡ ਕੀਤਾ ਜਿਹਨਾਂ ਵਾਸਤੇ ਨਹੀਂ ਹੈ ਉਹਨਾਂ ਨੂੰ। ਉਹ ਉੱਥੇ ਹਾਲੇ ਤੱਕ ਫਸੇ ਹੋਏ ਨੇ, ਉਹ ਪਹਿਲੇ ਦਿਨ ਨਿਕਲ ਸਕਦੇ ਸੀਗੇ। ਅਤੇ ਮੈਨੂੰ ਹਾਲੇ ਵੀ ਮੈਨੂੰ ਪਤਾ ਹੈ, ਮੈਨੂੰ ਆਉਂਦੇ ਨੇ ਮੈਸੇਜਸ ਆਉਂਦੇ ਨੇ, ਉਹ ਹਾਲੇ ਵੀ ਉਹ ਉੱਥੇ ਫਸੇ ਹੋਏ ਨੇ। 400-500 ਬੱਚਾ ਹਾਲੇ ਵੀ ਉੱਥੇ ਫਸਿਆ ਹੋਇਆ ਹੈ। ਮੈਂ ਚਾਹੁੰਦਾ ਵੀ ਇੰਡੀਅਨ ਸਰਕਾਰ ਕੋਈ ਉਹਨਾਂ ਦੀ ਹੈਲਪ ਕਰਨ ਵਾਸਤੇ ਕੋਈ ਕੁਛ ਕਰੇ। ਚਲੋ ਤੁਸੀਂ ਇੱਥੇ ਆ ਕੇ ਬਹੁਤ ਵਧੀਆ ਹੈਗਾ, ਪਰਿਵਾਰ ਵੀ ਕਾਫੀ ਜ਼ਿਆਦਾ ਖੁਸ਼ ਹੋਊਗਾ ਦੇਖ ਕੇ। ਜੀ ਬਿਲਕੁਲ ਜੀ। ਮੇਰੇ ਕੋਲ ਮੈਨੂੰ ਪਤਾ ਸੀ ਵੀ ਮੇਰੇ ਪਰਿਵਾਰ ਮੇਰੇ ਨਾਲ, ਮੈਨੂੰ ਜਿੰਨੀ ਇੱਥੇ ਪ੍ਰੋਬਲਮ ਆ ਰਹੀਆਂ ਨੇ, ਮੇਰੇ ਤੋਂ ਵੱਧ ਮੇਰੇ ਘਰ ਦੇ ਔਖੇ ਹੋ ਰਹੇ ਨੇ। ਮੇਰੇ ਘਰ ਦੇ ਅੱਜ ਮੈਂ ਆਇਆ, ਮੈਨੂੰ ਲੱਗਿਆ ਵੀ ਹਾਂ ਮੇਰਾ ਹੀ ਨਹੀਂ ਸਿਰਫ ਇਹ ਵੀ, ਇਹਨਾਂ ਦੇ ਹਾਲਾਤ ਵੀ ਉਸੀ ਥੇ ਜਿਸ ਤਰ੍ਹਾਂ ਦੇ ਮੇਰੇ ਦੇ ਥੇ। ਮੈਨੂੰ ਇਹਨਾਂ ਦੀ ਸ਼ਕਲਾਂ ਉਤਰੀ ਹੋਈ ਥੀ, ਮੈਨੂੰ ਦੇਖ ਕੇ ਸਭ ਦੀਆਂ ਸ਼ਕਲਾਂ ਖੁਸ਼ ਹੋਈਆਂ। ਫਿਰ ਮੈਨੂੰ ਫਿਰ 3-4 ਦਿਨ ਲੱਗਣਗੇ ਨੋਰਮਲ ਆਉਣ ਨੂੰ। ਮੈਨੂੰ ਵੀ ਹਾਲੇ ਮੇਰੇ ਦਿਮਾਗ 'ਚ ਸਾਰੀ ਚੀਜ਼ਾਂ ਘੁੰਮ ਰਹੀਆਂ ਨੇ ਹਾਲੇ। ਅੱਛਾ, ਜੇਕਰ ਗੱਲ ਕਰੀਏ ਆਪਾਂ ਪੜ੍ਹਾਈ ਦਾ ਹੁਣ ਤੁਹਾਡਾ ਜੂਨ ਦੇ ਵਿੱਚ ਹੋਣਾ ਤੇ ਜੀ ਖਤਮ ਹੋਣੇ ਸੀ ਸਮੈਸਟਰ? ਜੀ ਮੇਰੇ ਜੂਨ 'ਚ ਸਮੈਸਟਰ ਖਤਮ ਹੋਣੇ ਸੀਗੇ, ਅਤੇ ਮੈਂ ਤਾਂ ਹੁਣ ਸਾਡਾ ਉੱਥੇ ਐਗਜ਼ਾਮ ਹੁੰਦਾ ਜਿਹਨੂੰ ਕਰੋਕ ਕਹਿੰਦੇ ਨੇ, ਜੋ ਕਿ 3 ਸਾਲ ਬਾਅਦ ਹੁੰਦਾ। 3 ਸਾਲ ਦਾ ਸਮੈਸਟਰ ਇਕੱਠਾ ਹੁੰਦਾ। ਫਿਰ 6ਵੇਂ ਸਾਲ 'ਚ ਹੁੰਦਾ ਜੋ ਕਰੋਕ 2 ਹੁੰਦਾ, ਜੋ ਕਿ 6 ਸਾਲ ਦਾ ਸਮੈਸਟਰ ਇਕੱਠਾ ਹੁੰਦਾ। ਅਤੇ ਮੇਰੀ ਇਹ ਵੀ ਦਰਖਾਸਤ ਹੈ ਕਿ ਜਿਹੜੇ ਬੱਚੇ ਦੀ ਉੱਥੇ ਪੜ੍ਹਾਈ ਹੁਣ ਉੱਥੇ ਰੁਕ ਚੁੱਕੀ ਹੈ, ਪੋਜ਼ ਹੋ ਚੁੱਕੀ ਹੈ, ਉਹ ਉਹਨਾਂ ਦੀ ਅੱਗੇ ਉਹਨਾਂ ਨੂੰ ਜਾਂ ਤਾਂ ਇੰਡੀਆ ਦੇ ਵਿੱਚ ਕਿਸੇ ਯੂਨੀਵਰਸਿਟੀ 'ਚ ਦਾਖਲਾ ਮਿਲੇ, ਜਾਂ ਫਿਰ ਕੋਈ ਇਹਨਾਂ ਦੀ ਪੜ੍ਹਾਈ 'ਚ ਕੋਈ ਨੁਕਸਾਨ ਨਾ ਹੋਵੇ ਅੱਗੇ ਕਰੇ। ਅਤੇ ਜਿਹੜੇ 6th ਈਅਰ ਦੇ ਬੱਚੇ ਨੇ, ਗ੍ਰੈਜੂਏਸ਼ਨ ਹੋਣ ਵਾਲੇ ਥੇ, ਜਾਂ ਤਾਂ ਉਹਨਾਂ ਦੀ ਡਿਗਰੀਆਂ ਦਾ ਕੁਛ ਹੋਵੇ, ਉਹ ਕਿਸੇ ਤਰ੍ਹਾਂ ਪਾਰਸਲ ਹੋ ਕੇ ਆਉਣ ਜਾਂ ਕੁਛ ਕਰਨ। ਬਸ ਵੀ ਸਾਨੂੰ ਜੋ ਕਿ ਅਸੀਂ ਝੇਲ ਲਿੱਤਾ ਉਹ ਕੁਛ ਅਸੀਂ ਚਾਹੁੰਦੇ ਅਸੀਂ ਹੋਰ ਆਪਣੀ ਲਾਈਫ 'ਚ ਸਫ਼ਰ ਕਰੀਏ ਅੱਗੇ ਨੂੰ। ਬਿਲਕੁਲ ਜੀ। ਇਹ ਸੀ ਨੌਜਵਾਨ ਜਿਹੜਾ ਉੱਥੋਂ ਆਪਣੇ ਘਰ ਵਾਪਸ ਪਰਤਿਆ, ਅਤੇ ਪਰਿਵਾਰ ਵੀ ਕਾਫੀ ਜ਼ਿਆਦਾ ਖੁਸ਼ ਹੈ। ਅਤੇ ਇਹਨਾਂ ਨੇ ਮੰਗ ਵੀ ਕੀਤੀ ਹੈ ਕਿ ਜਿਹੜੇ ਉੱਥੇ ਨੌਜਵਾਨ ਲੜਕੇ ਲੜਕੀਆਂ ਹੋਰ ਵੀ ਫਸੇ ਹੋਏ ਨੇ, ਜਿਨ੍ਹਾਂ ਨੂੰ ਕੋਈ ਹਜੇ ਉਸ ਦੇਸ਼ ਬਾਰੇ ਪਤਾ ਨਹੀਂ ਹੈਗਾ, ਰੇਲਵੇ ਸਟੇਸ਼ਨਾਂ ਬਾਰੇ ਪਤਾ ਨਹੀਂ ਹੈਗਾ, ਉਹ ਵੀ ਉੱਥੇ ਭੁੱਖਣ ਭਾਣੇ ਜਿਹੜੇ ਹੈਗੇ ਆ ਰਹਿ ਰਹੇ ਆ। ਅਤੇ ਕਈ ਨੌਜਵਾਨ ਲੜਕੇ ਲੜਕੀਆਂ ਨੇ ਜਿਹੜੀਆਂ ਬਿਮਾਰ ਵੀ ਨੇ। ਅਤੇ ਸਾਰਿਆਂ ਨਾਲੋਂ ਵੱਡੀ ਗੱਲ ਇੱਕ ਹੋਰ ਵੀ ਹੈਗੀ ਆ ਕਿ ਜਿਨ੍ਹਾਂ ਵੱਲੋਂ ਅਜੇ ਪੜ੍ਹਾਈ ਉੱਥੇ ਕੀਤੀ ਜਾ ਰਹੀ ਸੀ, ਉਹਨਾਂ ਦੀਆਂ ਡਿਗਰੀਆਂ ਨੇ ਜਿਹੜੀਆਂ, ਇਹਨਾਂ ਨੇ ਇਹ ਵੀ ਮੰਗ ਕੀਤੀ ਆ ਸਰਕਾਰ ਤੋਂ ਕਿ ਵੀ ਸਾਡੀਆਂ ਜਾਂ ਤਾਂ ਜੰਗ ਜਦੋਂ ਖਤਮ ਹੁੰਦੀ ਹੈ ਤਾਂ ਉੱਥੋਂ ਕੋਈ ਅਰੇਂਜ ਕਰਵਾਇਆ ਜਾਵੇ, ਜਾਂ ਜਿਹੜੀ ਇਹਨਾਂ ਦੀ ਪੜ੍ਹਾਈ ਖਰਾਬ ਨਾ ਹੋਵੇ, ਭਾਰਤ ਦੇ ਵਿੱਚ ਹੀ ਜਿਹੜੇ ਹੈਗੇ ਕੋਈ ਮੈਡੀਕਲ ਕਾਲਜ ਨੇ ਉੱਥੇ ਇਹਨਾਂ ਨੂੰ ਦਾਖਲੇ ਦਿੱਤੇ ਜਾਣ, ਤਾਂ ਜੋ ਇਹ ਆਪਣੀ ਜਿਹੜੀ ਸਾਲਾਂ ਪੱਧਰੀ ਜਿਹੜੀ ਆਪਣੀ ਪੜ੍ਹਾਈ ਆ ਉਹਨੂੰ ਪੂਰੀ ਕੀਤੀ, ਅਤੇ ਲਾਸਟ ਸਟੇਜ 'ਤੇ ਤੀ ਇਹ ਵੀ ਇਹਨਾਂ ਦੀ ਮੰਗ ਜਿਹੜੀ ਹੈਗੀ ਆ ਕੀਤੀ ਗਈ ਆ।
ਯੂਕਰੇਨ ਦੇ ਵਿੱਚ ਗਏ ਅਮਾਨ ਭੱਟੀ ਜੋ ਕਿ ਆਪਣੇ ਪਰਿਵਾਰ ਦੇ ਵਿੱਚ ਹੁਣ ਸ਼ਾਮਲ ਹੈ, ਉਹਨਾਂ ਦੇ ਪਿਤਾ ਜੀ ਨੇ ਜਮੀਲ ਭੱਟੀ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੀ ਕਹੋਗੇ ਸਰ, ਕਿੰਨੀ ਕੁ ਖੁਸ਼ੀ ਹੈ ਬੱਚੇ ਨੂੰ ਘਰੇ ਆਉਣ ਤੇ? ਦੇਖੋ, ਸਾਡਾ ਬੱਚਾ ਜਿਹੜਾ ਹੈ ਉਹ ਪਹੁੰਚ ਗਿਆ ਘਰੇ, ਸਹੀ ਸਲਾਮਤ ਪਹੁੰਚ ਗਿਆ। ਉੱਪਰ ਵਾਲੇ ਦੀ ਬੜੀ ਮਿਹਰਬਾਨੀ ਹੈ ਔਰ ਅਸੀਂ ਉਹਦੇ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਬੱਚਾ ਜਿਹੜਾ ਹੈ ਇੰਨੀ ਮਾੜੀ ਹਾਲਤ ਦੇ ਵਿੱਚੋਂ ਸਾਡੇ ਘਰ ਪਹੁੰਚਿਆ। ਸਾਨੂੰ ਉਹਦੀ ਬਹੁਤ ਖੁਸ਼ੀ ਹੈ। ਕੀ ਕਹੋਗੇ ਸਰਕਾਰਾਂ ਨੂੰ, ਕੀ ਅਪੀਲ ਕਰੋਗੇ, ਕਿਉਂਕਿ ਹੋਰ ਵੀ ਬੱਚੇ ਜਿਹੜੇ ਹੈਗੇ ਕਾਫੀ ਮਾਂ-ਬਾਪ ਦੇ ਜਿਹੜੇ ਉੱਥੇ ਪੜ੍ਹਾਈ ਵਾਸਤੇ ਕੰਮਾਂ ਕਾਰਾਂ ਵਾਸਤੇ ਗਏ ਹੋਏ ਆ? ਦੇਖੋ, ਸਰਕਾਰ ਦਾ ਤਾਂ ਇਹ ਹੈ ਵੀ ਬੱਚੇ ਜਿਹੜੇ ਨੇ ਸਾਡੇ ਪੰਜਾਬ ਤੋਂ, ਸਾਡੇ ਇੰਡੀਆ ਤੋਂ ਬਾਹਰ, ਮਸਲਾ ਤਾਂ ਇਹ ਹੈ ਵੀ ਕਿਉਂ ਜਾਂਦੇ ਨੇ। ਪਹਿਲੀ ਗੱਲ ਤਾਂ ਇਹ ਹੈ, ਬੱਚੇ ਤਾਂ ਹੀ ਬਾਹਰ ਜਾਂਦੇ ਨੇ ਜੇ ਉਹਨਾਂ ਨੂੰ, ਬੱਚਿਆਂ ਨੂੰ ਇੱਥੇ ਇੰਨੇ ਮੈਡੀਕਲ ਕਾਲਜ ਨਹੀਂ ਅਵੇਲੇਬਲ ਹੈਗੇ, ਬੱਚਿਆਂ ਨੂੰ ਇੰਨੀਆਂ ਸੀਟਾਂ ਨਹੀਂ ਮਿਲਦੀਆਂ ਹੈਗੀਆਂ, ਬੱਚਿਆਂ ਨੂੰ ਇੱਥੋਂ ਮਜਬੂਰ ਹੋ ਕੇ ਦੂਸਰੇ ਕੰਟਰੀ 'ਚ ਜਾਣਾ ਪੈਂਦਾ। ਪੜ੍ਹਾਈਆਂ ਵੀ ਮਹਿੰਗੀਆਂ, ਪੜ੍ਹਾਈਆਂ ਵੀ ਇੱਥੇ ਬਹੁਤ ਮਹਿੰਗੀਆਂ ਨੇ ਤੇ ਉਧਰ ਪੜ੍ਹਾਈਆਂ, ਚਲੋ ਐਂ ਵੀ ਕਹ ਲਓ ਵੀ ਪੜ੍ਹਾਈ ਥੋੜ੍ਹੀ ਬਹੁਤ ਇੱਥੇ ਨਾਲੋਂ ਫਰਕ ਹੈ। ਸਾਡੇ ਉਰੇ ਪੜ੍ਹਾਈ ਦਾ ਬਹੁਤ ਜ਼ਿਆਦਾ ਬਜਟ ਹੈ, ਜਿਹੜਾ ਕਿ ਬੱਚੇ ਦੇ ਪੇਰੈਂਟਸ ਜਿਹੜੇ ਇੰਨੀ ਨਹੀਂ ਉਹਨਾਂ ਕੋਲੇ ਅਰਨਿੰਗ ਹੈਗੀ ਹੈ ਵੀ ਉਰੇ ਆਪਣੇ ਇੰਡੀਆ ਦੇ ਵਿੱਚ ਇੰਨਾ ਪੈਸਾ ਖਰਚ ਕੇ ਆਪਣੇ ਬੱਚੇ ਨੂੰ ਡਾਕਟਰ ਬਣਾ ਸਕਣ। ਇਹੀ ਇੱਕ ਮਜਬੂਰੀ ਹੈ, ਇੱਕ ਬਹੁਤ ਬੜਾ ਮਸਲਾ ਹੈ ਜਿਹਦੇ ਕਰਕੇ ਸਾਡੇ ਹਿੰਦੁਸਤਾਨ ਦੇ ਬੱਚਿਆਂ ਨੂੰ ਬਾਹਰ ਮਜਬੂਰੀ ਦੇ ਤੌਰ ਤੇ ਬਾਹਰ ਜਾਣਾ ਪੈਂਦਾ ਹੈ ਤਾਂ ਕਿ ਉਹ ਵੀ ਆਪਣੇ ਬੱਚਿਆਂ ਨੂੰ ਦੇ ਸੁਪਨੇ ਜਿਹੜੇ ਨੇ ਉਹ ਪੂਰੇ ਕਰ ਸਕਣ। ਹੁਣ ਮਸਲਾ ਇਹ ਹੈਗਾ ਕਿ ਜਿਵੇਂ ਬੱਚੇ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ 20,000 ਤੋਂ ਵੱਧ ਬੱਚਾ ਜਿਹੜਾ ਸੀ ਉਹ ਯੂਕਰੇਨ ਦੇ ਵਿੱਚ ਚਲਾ ਗਿਆ। ਹੁਣ ਉੱਥੇ ਦੇ ਜੋ ਹਾਲਾਤ ਹੋਏ ਨੇ ਉਸ ਤੋਂ ਬਾਅਦ ਤਾਂ ਇਹ ਲੱਗਦਾ ਜੋ ਬੱਚਿਆਂ ਦੀ ਉੱਥੇ ਹਾਲਤ ਹੋਈ ਹੈ, ਅਸੀਂ ਉਰੇ ਬੈਠੇ, ਸਾਡਾ ਉਰੇ ਬੁਰਾ ਹਾਲ ਸੀਗਾ ਵੀ ਸਾਡਾ ਬੱਚਾ ਪਤਾ ਨਹੀਂ ਸਹੀ ਸਲਾਮਤ ਘਰ ਵਾਪਸ ਆਊਗਾ ਜਾਂ ਨਹੀਂ ਆਊਗਾ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੋਈ ਸੀ ਜਿਵੇਂ ਕਿ ਆਪਣੇ ਹਿੰਦੁਸਤਾਨ 'ਚ ਕਿਸੇ ਟਾਈਮ ਦੇ ਵਿੱਚ 1947 ਵਾਲਾ ਗਦਰ ਹੋਇਆ ਹੈ ਸੀਗਾ। ਸੋ ਸਾਡੀ ਹੁਣ ਬੇਨਤੀ ਹੈ ਸਰਕਾਰ ਨੂੰ ਇਹ ਕਿ ਤੁਸੀਂ ਇੱਥੇ ਸਾਡੇ ਬੱਚਿਆਂ ਦੇ ਵਾਸਤੇ, ਆਉਣ ਵਾਲੇ ਹੋਰ ਬੱਚਿਆਂ ਵਾਸਤੇ ਤੁਸੀਂ ਇੱਥੇ ਮੈਡੀਕਲ ਸੁਵਿਧਾ ਇੰਨੀ ਕੁ ਕਰੋ ਕਿ ਬੱਚਿਆਂ ਨੂੰ ਸਾਰਾ ਕੁਝ ਉਰੇ ਹੀ ਮਿਲੇ, ਇਹਨਾਂ ਨੂੰ ਬਾਹਰ ਜਾਣ ਦੀ ਨੌਬਤ ਨਾ ਆਵੇ, ਇਹਨਾਂ ਦੇ ਮਾਂ-ਬਾਪਾਂ ਨੂੰ ਵੀ ਇੱਥੇ ਸਕੂਨ ਹੋਵੇ ਵੀ ਸਾਡੇ ਬੱਚੇ ਸਾਡੀਆਂ ਅੱਖਾਂ ਦੇ ਸਾਹਮਣੇ ਨੇ। ਸਾਨੂੰ ਪਤਾ ਹੈ ਅਸੀਂ ਕਿੰਨੀ ਮੁਸ਼ਕਲ ਦੇ ਨਾਲ ਬੱਚਿਆਂ ਨੂੰ ਬਾਹਰ ਭੇਜਿਆ। ਔਰ ਦੂਸਰੀ ਗੱਲ ਇਹ ਹੈ ਵੀ ਜਿਹੜੇ ਬੱਚੇ ਹੁਣ ਫਾਈਨਲ ਈਅਰ 'ਚ ਨੇ, ਜਿਨ੍ਹਾਂ ਦੇ ਸਿਰਫ 2 ਮਹੀਨੇ ਹੀ ਰਹਿੰਦੇ ਨੇ ਆਪਣੀ ਡਿਗਰੀ ਕੰਪਲੀਟ ਹੋਣ 'ਚ, ਸਾਡੀ ਸਰਕਾਰ ਨੂੰ ਇਹ ਗੁਜ਼ਾਰਿਸ਼ ਹੈ ਵੀ ਇਹਨਾਂ ਬੱਚਿਆਂ ਦੀਆਂ ਡਿਗਰੀਆਂ ਦਾ ਕਿਸੇ ਤਰੀਕੇ ਨਾਲ ਪ੍ਰਬੰਧ ਕੀਤਾ ਜਾਵੇ। ਇਹਨਾਂ ਦੀਆਂ ਡਿਗਰੀਆਂ, ਇਹਨਾਂ ਨੂੰ ਜੋ 2 ਮਹੀਨਿਆਂ ਦੇ ਰਹਿੰਦੇ ਉਹਨਾਂ ਨੂੰ ਡਿਗਰੀਆਂ ਦਿੱਤੀਆਂ ਜਾਣ। ਇਹਨਾਂ ਦੀ MBBS ਜਿਹੜੀ ਹੈ ਉਹ ਕੰਪਲੀਸ਼ਨ ਸਰਟੀਫਿਕੇਟ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਦਿੱਤਾ ਜਾਵੇ। ਅੱਜ ਦਾ ਜੋ ਬਣਿਆ ਹੋਇਆ ਮਾਹੌਲ, ਉਹਦੇ ਮੁਤਾਬਕ ਹੁਣ ਬੱਚਿਆਂ ਦਾ ਬਾਹਰ ਜਾਣਾ, ਉੱਥੇ ਉਸ ਸ਼ਹਿਰ ਦੇ ਵਿੱਚ ਜਾਣਾ, ਜਿਵੇਂ ਕਿ ਦੱਸਦੇ ਨੇ ਕਿ ਯੂਕਰੇਨ ਸ਼ਹਿਰ ਇੱਕ ਬਹੁਤ ਹੀ ਸੋਹਣਾ ਸਿਟੀ ਥਾ, ਬਹੁਤ ਹੀ ਅੱਛਾ ਥਾ, ਹੁਣ ਉਹ ਖੰਡਰ ਦੇ ਵਿੱਚ ਤਬਦੀਲ ਹੋ ਗਿਆ। ਔਰ ਸਾਡੇ ਬੱਚੇ ਉੱਥੇ ਜਾਣ ਤੋਂ ਕਿ ਉਹਨਾਂ ਦੇ ਵਿੱਚ ਦਹਿਸ਼ਤ ਇੰਨੀ ਫੈਲ ਗਈ ਹੈ, ਉਹਨਾਂ ਦਾ ਹੁਣ ਤਾਂ ਉਹੀ ਸੀਨਰੀ, ਉਹੀ ਸੀਨ, ਜਿਸ ਤਰ੍ਹਾਂ ਉਹ ਭੱਜ ਕੇ ਬੰਬਾਂ ਦੇ ਵਿੱਚ ਇੰਨੀਆਂ ਮੁਸ਼ਕਲਾਂ ਦੇ ਨਾਲ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜੇ ਨੇ। ਉਹਨਾਂ ਦਾ ਉੱਧਰਲੇ ਉਸ ਕੰਟਰੀ ਵੱਲ ਹੁਣ ਦੇਖਣ ਦਾ ਤਾਂ ਬਹੁਤ ਦੂਰ ਦੀ, ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ। ਉਹ ਉੱਧਰ ਉਸ ਕੰਟਰੀ ਬਾਰੇ ਹੁਣ ਸੋਚ ਵੀ ਨਹੀਂ ਸਕਦੇ। ਸੋ ਬਾਰ-ਬਾਰ ਇਹੀ ਸਾਡੀ ਸਰਕਾਰ ਤੋਂ ਗੁਜ਼ਾਰਿਸ਼ ਹੈ, ਬੇਨਤੀ ਹੈ ਵੀ ਜਿਹੜੇ ਬੱਚੇ ਉੱਥੇ ਰਹਿ ਗਏ ਨੇ, ਜਿਹੜੇ ਬੱਚੇ ਉੱਧਰ ਈਸਟ ਕੰਨੀ ਨੇ, ਰਸ਼ੀਆ ਦੇ ਬਾਰਡਰ ਕੰਨੀ ਨੇ, ਜਿਵੇਂ ਕਿ ਖਾਰਕਿਵ ਹੈ, ਸੂਮੀ ਹੈ, ਮੇਰਾ ਬੱਚਾ ਖੁਦ ਖਾਰਕਿਵ 'ਚ ਥਾ, ਉਹਨਾਂ ਬੱਚਿਆਂ ਦਾ ਉੱਥੋਂ ਨਿਕਲਣਾ ਬਹੁਤ ਮੁਸ਼ਕਲ ਹੋਇਆ ਹੈ। ਉਹ ਇੱਧਰ 1500 ਕਿਲੋਮੀਟਰ ਵੈਸਟ ਕੰਨੀ ਨੂੰ ਆਉਣਾ ਪਿਆ ਉਹਨਾਂ ਨੂੰ, ਜਿਹੜਾ ਕਿ ਸਾਰਾ ਹੀ ਰਸਤਾ ਬੰਬਾਂ ਦੇ ਨਾਲ ਭਰਿਆ ਹੋਇਆ ਸੀ। ਸੋ ਜਿਹੜੇ ਬੱਚੇ ਹੁਣ ਹਲੇ ਵੀ ਉੱਥੇ ਸੂਮੀ ਦੇ ਵਿੱਚ ਨੇ ਜਾਂ ਖਾਰਕਿਵ 'ਚ ਨੇ, ਉਹਨਾਂ ਨੂੰ ਜਲਦੀ ਤੋਂ ਜਲਦ ਕਿਸੇ ਵੀ ਤਰੀਕੇ ਨਾਲ, ਚਾਹੇ ਰਸ਼ੀਆ ਦੇ ਬਾਰਡਰ ਦੇ ਥਰੂ ਉਹਨਾਂ ਨੂੰ ਕੱਢਿਆ ਜਾਵੇ। ਉਹਨਾਂ ਨੂੰ, ਬੱਚਿਆਂ ਨੂੰ ਉੱਥੇ ਪਾਣੀ ਤੱਕ ਦੀ ਵੀ ਮੁਸ਼ਕਲ ਆ ਰਹੀ ਹੈ। ਉਹਨਾਂ ਦੀ ਮੈंने ਗੱਲਾਂ ਟੈਲੀਵਿਜ਼ਨ ਤੇ ਸੁਣੀਆਂ ਨੇ, ਉਹ ਇਹ ਕਹਿੰਦੇ ਨੇ ਕਿ ਜੇ ਕੁਝ ਦਿਨ ਹੋਰ ਇਸ ਤਰ੍ਹਾਂ ਦਾ ਹੀ ਚੱਲਦਾ ਰਿਹਾ, ਸਾਨੂੰ ਇੱਥੋਂ ਨਾ ਬਚਾਇਆ ਗਿਆ, ਸਾਡਾ ਰੈਸਕਿਊ ਨਾ ਕੀਤਾ ਗਿਆ, ਤਾਂ ਸ਼ਾਇਦ ਅਸੀਂ ਬਚ ਵੀ ਨਾ ਸਕੀਏ। ਸੋ ਸਰ, ਜੇ ਗੱਲ ਕਰੀਏ ਬੱਚਾ ਜਦੋਂ ਉੱਧਰ ਗਿਆ ਹੋਇਆ ਸੀ, ਲੜਾਈਆਂ ਦੀਆਂ ਜਿਹੜੀਆਂ ਹੈਗੀਆਂ ਖਬਰਾਂ ਸੁਣੀਆਂ, ਮਨ ਦੇ ਵਿੱਚ ਕਿਸ ਤਰ੍ਹਾਂ ਦੀ ਪਰਿਵਾਰ? ਮਨ ਦੇ ਵਿੱਚ ਤਾਂ ਹੁਣ ਤੁਸੀਂ ਆਪ ਸਮਝ ਸਕਦੇ ਹੋ ਵੀ ਜਿਨ੍ਹਾਂ ਦਾ ਬੱਚਾ ਉੱਥੇ ਗਿਆ ਹੋਇਆ, ਉਹ ਉਹਨਾਂ ਦੇ ਦਿਲਾਂ ਦੇ ਉੱਪਰ ਕੀ ਬੀਤ ਸਕਦੀ ਹੈ, ਕੀ ਬੀਤਦੀ ਹੈ ਉਹਨਾਂ ਦੇ ਦਿਲਾਂ ਦੇ ਉੱਪਰ। ਸਾਡੇ ਤਾਂ ਰੋਟੀ ਆ, ਸਾਡੀ ਖਾਣੋਂ ਖਤਮ ਹੋ ਗਈ, ਸਾਡਾ ਸੌਣਾ ਸਾਡਾ ਖਤਮ ਹੋ ਗਿਆ। ਅਸੀਂ ਤਾਂ ਦਿਨ ਰਾਤ ਇਹੀ ਸੋਚਦੇ ਰਹਿੰਦੇ, ਰਾਤ ਨੂੰ ਵੀ ਬੈਠੇ ਰਹਿੰਦੇ ਵੀ ਸਾਡੇ ਬੱਚੇ ਦੇ ਨਾਲ ਸਾਡੀ ਗੱਲ ਹੋ ਜਾਵੇ, ਸਾਡਾ ਬੱਚਾ ਉੱਥੇ ਠੀਕ ਹੈ। ਬੰਕਰਾਂ ਦੇ ਵਿੱਚ ਬੈਠੇ ਤੇ
ਖਾਣਾ ਪੀਣਾ ਇਹਨਾਂ ਨੂੰ ਕੁਝ ਨਹੀਂ ਸੀ ਮਿਲਦਾ। ਉੱਥੋਂ ਯੂਕਰੇਨ ਚੋਂ ਕੱਢਣ ਦਾ ਕੋਈ ਸਾਧਨ ਨਹੀਂ ਸੀ ਬਣ ਰਿਹਾ। ਠੀਕ ਹੈ, ਸਾਡੀ ਸਰਕਾਰ ਨੇ ਇੱਧਰੋਂ ਰੋਮਾਨੀਆ ਦੇ ਵਿੱਚੋਂ, ਪੋਲੈਂਡ ਦੇ ਵਿੱਚੋਂ ਲਿਆਉਣ ਦਾ ਬਹੁਤ ਵਧੀਆ ਕੰਮ ਕੀਤਾ ਹੈ, ਪਰ ਉਸ ਕੰਟਰੀ ਦੇ ਵਿੱਚੋਂ, ਯੂਕਰੇਨ ਦੇ ਵਿੱਚੋਂ ਬੱਚਿਆਂ ਨੂੰ ਦੂਸਰੀ ਕੰਟਰੀ 'ਚ ਪਹੁੰਚਾਉਣਾ, ਇਹ ਇੱਕ ਬਹੁਤ ਬੜਾ ਮਸਲਾ ਤਾ। ਇਹ ਇੱਕ ਬਹੁਤ ਬੜੀ ਜਦੋਜਹਿਦ ਸੀ ਜਿਹੜੀ ਕਿ ਬੱਚਿਆਂ ਨੇ ਖੁਦ ਆਪਣੇ ਸਿਰ ਦੇ ਉੱਪਰ ਲੈ ਕੇ ਆਪਣੇ ਆਪ ਨੂੰ ਰਿਸਕ ਦੇ ਵਿੱਚ ਪਾ ਕੇ ਉਸ ਕੰਟਰੀ ਤੱਕ ਪਹੁੰਚੇ ਨੇ। ਬਿਲਕੁਲ ਜੀ, ਇਹ ਜੀ ਜਮੀਲ ਭੱਟੀ ਜੀ ਤੇ ਇਹਨਾਂ ਦੇ ਬੇਟਾ ਵੀ, ਉਹਨਾਂ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਦੇ ਉੱਥੇ ਹਾਲਾਤ ਹੀ, ਸਾਰੀ ਆਪਣੀ ਕਹਾਣੀਆਂ ਜਿਹੜੀ ਦੱਸੀ। ਸੁੰਦਰ ਜਿਹੜਾ ਸ਼ਹਿਰ ਆ, ਜਿਹੜਾ ਸੁੰਦਰ ਦੇਸ਼ ਕਿਹਾ ਜਾ ਰਿਹਾ ਸੀ, ਉਹ ਢਹਿ ਢੇਰੀ ਜਿਹੜਾ ਹੈਗਾ ਹੋ ਰਿਹਾ। ਇਹਨਾਂ ਨੇ ਕਿਹਾ ਕਿ ਵੀ ਜਿਹੜੇ ਹੋਰ ਵੀ ਬੱਚੇ ਨੇ, ਸਰਕਾਰ ਨੂੰ ਚਾਹੀਦਾ ਕਿ ਵੀ ਜਲਦ ਤੋਂ ਜਲਦ ਉਹਨਾਂ ਨੂੰ ਘਰ ਵਾਪਸੀ ਦੇ ਲਈ ਜਿਹੜੇ ਇੰਤਜ਼ਾਮ ਕਰਨੇ ਚਾਹੀਦੇ ਆ, ਅਤੇ ਜਿਨ੍ਹਾਂ ਦੇ ਪੜ੍ਹਾਈ ਦਾ ਵੀ ਜਿਹੜਾ ਅੱਗੇ ਸਰਕਾਰ ਨੂੰ ਸੋਚਣਾ ਚਾਹੀਦਾ, ਉਹਦਾ ਵੀ ਇੰਤਜ਼ਾਮ ਕਰਨਾ ਚਾਹੀਦਾ, ਤਾਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਜਿਹੜਾ ਸੋਚਿਆ ਬਣਨ ਦਾ ਉਹ ਖਾਬ ਜਿਹੜਾ ਪੂਰਾ ਕਰ ਸਕੇ ਭਾਰਤ ਸਰਕਾਰ। ਮਲੇਰਕੋਟਲਾ ਤੋਂ ਕੈਮਰਾਮੈਨ ਸਮੀਰ ਤੂਰ ਨਾਲ ਜਮੀਲ ਖੇੜੀਵਾਲਾ।